ਕਹਾਣੀ ਦਾ ਨਾਂ ਹੈ 27 ਜਨਵਰੀ ਤੇ ਕਹਾਣੀਕਾਰ ਹਨ ਗੁਰਮੁਖ ਸਿੰਘ ਮੁਸਾਫਰ। ਇਸ ਥੜੇ ਉੱਤੇ ਇੱਕ ਵੱਡੇ ਛਤਰ ਹੇਠਾਂ ਰਾਸ਼ਟਰਪਤੀ ਜੀ ਬੈਠੇ ਸਨ ਪਰੇਡ ਸਲਾਮੀ ਲਈ। ਰਾਸ਼ਟਰਪਤੀ ਜੀ ਇੱਥੇ ਖਲੋਤੇ ਸਨ। ਇੱਥੇ ਮਲਕਾ ਰਾਣੀ ਬੈਠੀ ਸੀ। ਮਲਕਾ ਦਾ ਮਾਲਕ ਪ੍ਰਧਾਨ ਮੰਤਰੀ ਜੀ ਤੇ ਉਹਨਾਂ ਦੇ ਵਜ਼ੀਰ ਇੱਥੇ ਬੈਠੇ ਸਨ। ਉਪ ਰਾਸ਼ਟਰਪਤੀ ਉਹ ਬਿਲਕੁਲ ਸਾਹਮਣੇ, ਉਹ ਜਗ੍ਹਾ ਵਿਦੇਸ਼ੀ ਪ੍ਰਾਹੁਣਿਆਂ ਲਈ ਸੀ। ਮੈਂਬਰ ਲੋਕ ਤੇ ਹੋਰ ਸ਼ਹਿਰ ਦੇ ਪਤਵੰਤੇ ਇਹਨਾਂ ਕੁਰਸੀਆਂ ਅਤੇ ਬੈਂਚਾਂ 'ਤੇ ਬੈਠੇ ਸਨ। ਆਮ ਦੁਨੀਆ ਉਹ ਸਾਹਮਣੇ ਫੁਹਾਰੇ ਦੇ ਨਾਲ ਨਾਲ ਜਾਂਦੇ ਜੰਗਲੇ ਦੇ ਅੰਦਰ ਤਾੜੀ ਹੋਈ ਸੀ। ਮੈਂ ਜੰਗਲਾ ਟੱਪ ਕੇ ਉੱਥੇ ਉਹ ਸਾਹਮਣੇ ਨਿੱਕੀਆਂ ਅਫਸਰਾਂ ਵਾਲੀ ਜਗ੍ਹਾ 'ਤੇ ਬੈਠ ਗਿਆ ਸਾਂ। ਜਰਾ ਹਿੰਮਤ ਕਰਕੇ ਮੈਂ ਸਾਰਾ ਕੁਝ ਵੇਖ ਲਿਆ। ਇੱਕ ਜਵਾਨ ਜਿਹਾ ਜਮਾਦਾਰ ਮਾੜੂਏ ਜਿਹੇ ਕੁੱਬੇ ਬੁੱਢੇ ਜਮਾਦਾਰ ਨੂੰ ਇਹ ਸਭ ਕੁਝ ਵਿਖਾ ਰਿਹਾ ਸੀ। ਕੁੱਬਾ ਜਮਾਦਾਰ ਝਾੜੂ ਦਿੰਦਿਆਂ ਬੜੀ ਮੁਸ਼ਕਲ ਨਾਲ ਧੌਣ ਉੱਚੀ ਕਰਕੇ ਵੇਖਦਾ ਸੀ। ਨੌਜਵਾਨ ਦੀ ਸਾਰੀ ਗੱਲ ਸੁਣ ਕੇ ਬੁੱਢੜੇ ਨੇ ਬੜੀ ਹੈਰਾਨੀ ਨਾਲ ਕਿਹਾ, ਨਾਨੂੰ ਸੱਚਮੁੱਚ ਤੂੰ ਆਪਣੀ ਅੱਖੀਂ ਇਹ ਸਭ ਕੁਝ ਵੇਖਿਆ ਹੈ? ਹਾਂ ਚਾਚਾ ਝੰਡੂ, ਹਾਂ। ਨਾਨੂੰ ਦਾ ਜਵਾਬ ਇੰਨਾ ਜੋਸ਼ੀਲਾ ਸੀ ਤੇ ਉਸ ਵਿੱਚ ਫਖਰ ਤੇ ਵਡਿਆਈ ਦੀ ਇੰਨੀ ਝਲਕ ਸੀ ਕਿ ਝੰਡੂ ਨੇ ਇੱਕ ਵੇਰਾਂ ਆਪਣੇ ਕਮਾਨ ਵਰਗੇ ਸਰੀਰ ਨੂੰ ਤੀਰ ਵਾਂਗ ਸਿੱਧਾ ਕਰਨ ਦੀ ਕੋਸ਼ਿਸ਼ ਕੀਤੀ। ਇੰਡੀਆ ਗੇਟ ਵਿੱਚ ਜਿੰਨਾ ਲੋਹੇ ਦੀਆਂ ਕੰਡਿਆਲੀਆਂ ਤਾਰਾਂ ਨੂੰ ਕੱਲ੍ਹ ਸਵੇਰ ਤੀਕ ਮਜ਼ਬੂਤ ਤੋਂ ਮਜ਼ਬੂਤ ਬਣਾਉਣ ਦੇ ਯਤਨ ਹੁੰਦੇ ਰਹੇ ਸਨ, ਜਿਨ੍ਹਾਂ ਜੰਗਲਿਆਂ ਨੂੰ ਕੱਲ੍ਹ ਸਵੇਰ ਤੱਕ ਲੋਹੇ ਦੇ ਮਜ਼ਬੂਤ ਡੰਡਿਆਂ ਨਾਲ ਇੱਕ ਤਰ੍ਹਾਂ ਜੇਲ੍ਹ ਖਾਨੇ ਦਾ ਰੂਪ ਦਿੱਤਾ ਜਾ ਰਿਹਾ ਸੀ, ਕੱਲ੍ਹ ਸਵੇਰ ਤੱਕ ਮਹੀਨਿਆਂ ਤੋਂ ਜੋ ਪ੍ਰਬੰਧ ਕੀਤੇ ਜਾ ਰਹੇ ਸਨ, ਜੋ ਸੜਕਾਂ ਸਜਾਈਆਂ ਜਾ ਰਹੀਆਂ ਸਨ, ਜੋ ਸਫਾਈਆਂ ਕੀਤੀਆਂ ਜਾ ਰਹੀਆਂ ਸਨ, ਅੱਜ ਸਵੇਰੇ ਸਭ ਕੁਝ ਟੁੱਟਿਆ ਭੱਜਿਆ ਖਿਲਰਿਆ ਪੁਲਰਿਆ ਪਿਆ ਸੀ। ਨਾ ਕੋਈ ਤਾਰ ਸਾਬਤ ਸੀ, ਨਾ ਕੋਈ ਜੰਗਲਾ, ਨਾ ਕੋਈ ਪੁਲ। ਸਾਰੇ ਇੰਡੀਆ ਗੇਟ ਦੀ ਹਾਲਤ ਐਸੀ ਹੀ ਸੀ ਜੈਸੀ ਮੁਸਾਫਰਾਂ ਦੇ ਤੁਰ ਜਾਣ ਵਾਲੀ ਸਵੇਰ ਨੂੰ ਸਰਾਂ ਦੇ ਕਮਰੇ ਦੀ ਹੁੰਦੀ ਹੈ। ਬੈਂਚ ਅੱਧ ਟੁੱਟੇ, ਕੁਰਸੀਆਂ ਮੂਧੀਆਂ, ਕਾਗਜ਼ਾਂ ਪਤਲਾਂ ਡੂਨਿਆਂ ਛਿੱਲੜਾਂ ਦੇ ਢੇਰ ਐਵੇਂ ਸਨ ਜਿਵੇਂ ਕੱਲ੍ਹ ਕੋਈ ਜ਼ੋਰ ਦਾ ਝੱਖੜ ਝੁੱਲਿਆ ਹੋਵੇ, ਜਿਸ ਨਾਲ ਸਭ ਕੁਝ ਉੱਡ ਕੇ ਇੰਡੀਆ ਗੇਟ ਆਣ ਕੇ ਜਮ੍ਹਾਂ ਹੋ ਗਿਆ ਹੋਵੇ। ਝੰਡੂ ਕੂੜਾ ਇਕੱਠਾ ਕਰਨ ਵਾਲੀ ਟੋਕਰੀ ਮੂਧੀ ਮਾਰ ਕੇ ਉੱਪਰ ਬਹਿ ਗਿਆ ਸੀ, ਕਿਉਂਕਿ ਝਾੜੂ ਫੇਰਦਿਆਂ ਨਾਨੂੰ ਵੱਲੋਂ ਵਿਖਾਈਆਂ ਜਾ ਰਹੀਆਂ ਥਾਵਾਂ ਨੂੰ ਠੀਕ ਵੇਖ ਨਹੀਂ ਸੀ ਸਕਦਾ ਤੇ ਨਾਨੂੰ ਵਿਖਾਣ 'ਤੇ ਤੁਲਿਆ ਹੋਇਆ ਸੀ। ਉਸ ਨੂੰ ਆਪਣੀ ਖੁਸ਼ਕਿਸਮਤੀ 'ਤੇ ਮਾਣ ਸੀ। ਉਸ ਨੂੰ ਬੜਾ ਮਾਣ ਸੀ ਨੇੜੇ ਹੋ ਕੇ ਪਰੇਡ ਵੇਖਣ ਦਾ, ਫਿਰ ਆਪਣੇ ਆਗੂਆਂ ਨੂੰ ਵੇਖਣ ਦਾ ਤੇ ਸਭ ਤੋਂ ਵਧੇਕ ਮਲਕਾ ਰਾਣੀ ਨੂੰ ਵੇਖਣ ਦਾ, ਜੋ ਇਸ ਸਾਲ ਰਿਪਬਲਿਕ ਡੇ ਦੀ ਪਰੇਡ ਵਾਸਤੇ ਖਿੱਚ ਦਾ ਕਾਰਨ ਸੀ। ਮੂਧੀ ਟੋਕਰੀ 'ਤੇ ਜਿਵੇਂ ਕੋਈ ਪਾਟੀ ਹੋਈ ਖਿੱਦੋ ਪਈ ਹੋਵੇ। ਝੰਡੂ ਬੋਲਣ ਲੱਗਿਆ, ਐਵੇਂ ਲੱਗਦਾ ਸੀ ਇੰਨੇ ਨੂੰ ਇੱਥੇ ਕਾਮਿਆਂ ਦਾ ਜਲਸਾ ਜਿਹਾ ਹੋਣ ਲੱਗ ਪਿਆ। ਸਰਦੀ ਕਰਕੇ ਬਹੁਤਿਆਂ ਦੇ ਹੱਥ ਅਜੇ ਕੱਛਾਂ ਵਿੱਚ ਹੀ ਸਨ। ਝੰਡੂ ਨੇ ਵੀ ਅਜੇ ਝਾੜੂ ਹਿਲਾਇਆ ਸੀ। ਉਹ ਵੀ ਤੁਰੰਤ ਹੀ ਨਾਨੂੰ ਦੀਆਂ ਗੱਲਾਂ ਸੁਣਨ ਤੇ ਉਸ ਵੱਲੋਂ ਵਿਖਾਈਆਂ ਜਾ ਰਹੀਆਂ ਥਾਵਾਂ ਦੇ ਵੇਖਣ ਲਈ ਬਹਿ ਗਿਆ ਸੀ। ਸੂਰਜ ਦੀ ਟਿੱਕੀ ਨੇ ਚਮਕ ਕੇ ਸਾਰਿਆਂ ਵਿੱਚ ਕੋਈ ਜਾਨ ਜਿਹੀ ਪੈਦਾ ਕਰ ਦਿੱਤੀ ਸੀ। ਹੈੱਡ ਜਮਾਦਾਰ ਨੇ ਅੱਜ ਸਵੇਰੇ ਹੀ ਪੁੱਟ ਜਗਾਇਆ। ਅੱਜ ਤੇ ਸਰਦੀ ਕਰਕੇ ਹੱਥ ਪੈਰ ਵੀ ਨਹੀਂ ਖੁੱਲ੍ਹਦੇ। ਉਹ ਫੱਟੇ ਸਾਰੇ ਮੈਂ ਮੋਢਿਆਂ 'ਤੇ ਢੋਏ, ਗੱਡਿਆਂ ਵਾਲੇ ਤੇ ਚੁਰਸਤੇ ਵਿੱਚ ਹੀ ਉਤਾਰ ਜਾਂਦੇ ਹਨ। ਕੰਡਿਆਲੀਆਂ ਤਾਰਾਂ ਨਾਲ ਮੇਰੇ ਹੱਥ ਅਜੇ ਵੀ ਛਿੱਲੇ ਪਏ ਹਨ। ਤਾਰਾਂ ਵਿੱਚ ਤਾਰਾਂ ਹੱਥ ਲਾਏ ਬਿਨਾਂ ਫਸਦੀਆਂ ਨਹੀਂ ਸਨ। ਇਹ ਗੱਲਾਂ ਸੁਣ ਕੇ ਝੰਡੂ ਆਖਣ ਲੱਗਾ, 25 ਤਰੀਕ ਦੀ ਰਾਤ ਤੱਕ ਤਾਂ ਅਸੀਂ ਸਾਰੇ ਇੰਡੀਆ ਗੇਟ 'ਤੇ ਜਿਵੇਂ ਮਾਲਕ ਸਾਂ। ਅਸਾਂ ਇੱਥੇ ਇੱਕ ਕੱਖ ਵੀ ਨਹੀਂ ਖਿਲਰਨ ਦਿੱਤਾ, ਪਰ ਖੁਸ਼ੀ ਵਾਲੇ ਦਿਨ 26 ਤਰੀਕ ਸਵੇਰੇ ਹੀ ਸਾਡੀ ਸਾਰੀ ਮਾਲਕੀ ਘੁਸ ਗਈ। ਕਿਸੇ ਨੇੜੇ ਨਹੀਂ ਲੱਗਣ ਦਿੱਤਾ ਤੇ ਅੱਜ ਸਵੇਰੇ ਹੀ ਫੇਰ ਆਣ ਡਾਇਆ ਨੇ। ਝੰਡੂ ਦਾ ਗਿਲਾ ਸੁਣ ਕੇ ਕੋਲੋਂ ਲੰਘਦਾ ਇੱਕ ਬੰਦਾ ਖਲੋ ਗਿਆ ਤੇ ਕਹਿਣ ਲੱਗਾ, ਪਾਸ ਲੈ ਲੈਣਾ ਸੀ ਨਾ। ਦੂਜੇ ਸੁਣਨ ਵਾਲੇ ਖਿੜਖੜਾ ਕੇ ਹੱਸ ਪਏ। ਝੰਡੂ ਨੂੰ ਪਾਸ? ਅੱਗੇ ਉੱਠ ਨਾ ਸਕਾਂ ਤੇ ਮਿਲ ਮਾਰਾਂ। ਕਿਉਂ, ਝੰਡੂ ਬੰਦਾ ਨਹੀਂ? ਝੰਡੂ ਨੇ ਇਸ ਵੇਲੇ ਆਪਣੀ ਸ਼ਕਤੀ ਤੋਂ ਵਧੇਕ ਜ਼ੋਰ ਲਾ ਕੇ ਆਖਿਆ, ਖਬਰੇ ਸਾਨੂੰ ਬੰਦਾ ਨਾ ਹੀ ਸਮਝਿਆ ਜਾਂਦਾ ਹੋਵੇ, ਪਰ ਪਾਸ ਤੇ ਇੱਕ ਸਾਨੂੰ ਵੀ ਹੱਥ ਆ ਹੀ ਗਿਆ ਸੀ। ਸਾਡਾ ਗੁਆਂਢੀ ਇੱਕ ਮੁੰਡਾ ਇੱਥੇ ਅਫਸਰ ਏ, ਚਿੱਠੀਆਂ ਲਿਆਣ ਪਹੁੰਚਾਉਣ 'ਤੇ। ਉਹ ਕਿਧਰੋਂ ਪਾਸ ਲੈ ਆਇਆ ਸੀ। ਇੱਥੋਂ ਦਾ ਨਹੀਂ, ਇੱਥੋਂ ਦਾ ਜਿੱਥੇ ਸਾਡੇ ਬਾਦਸ਼ਾਹ ਰਾਸ਼ਟਰਪਤੀ ਜੀ ਰਹਿੰਦੇ ਨੇ, ਜਿੱਥੇ ਮਲਕਾ ਰਾਣੀ ਆਈ ਹੋਈ ਹੈ। ਵਾਹ ਵਾਹ, ਉੱਥੇ ਤਾਂ ਫਿਰ ਮਲਕਾ ਨੂੰ ਚੰਗੀ ਤਰ੍ਹਾਂ ਵੇਖਿਆ ਜਾ ਸਕਦਾ ਸੀ। ਨਾਨੂੰ ਦੀ ਗੱਲ ਸੁਣ ਕੇ ਝੰਡੂ ਨੇ ਉਬਾਸੀ ਲੈਂਦਿਆਂ ਕਿਹਾ, ਪਾਸ ਲੈ ਕੇ ਮੇਰਾ ਮੁੰਡਾ ਉੱਥੇ ਗਿਆ ਸੀ, ਪਰ ਉਸ ਨੂੰ ਕਿਸੇ ਅੰਦਰ ਨਹੀਂ ਜਾਣ ਦਿੱਤਾ। ਕੱਪੜੇ ਤੇ ਸਾਡੇ ਇਹੋ ਜਿਹੇ ਹੋਣੇ ਹੋਏ। ਸੰਤਰੀਆਂ ਨੇ ਉਲਟਾ ਉਸ ਨੂੰ ਡਾਂਟ ਕੇ 2 ਧੱਕੇ ਦੇ ਕੇ ਪਿੱਛੇ ਮੋੜ ਦਿੱਤਾ। ਪਾਸ ਵੀ ਖੋਹ ਲਿਆ ਤੇ ਕਿਹਾ, ਭੱਜ ਜਾ ਨਹੀਂ ਤਾਂ ਚੋਰੀ ਵਿੱਚ ਪਕੜਿਆ ਜਾਵੇਗਾ। ਤੂੰ ਕਿਸੇ ਦਾ ਪਾਸ ਚੁੱਕ ਲਿਆਇਆ। ਗਰੀਬ ਨੂੰ ਰੱਬ ਦੀ ਮਾਰ। ਝੰਡੂ ਨਾਲ ਹਮਦਰਦੀ ਜਤਾਉਣ ਲਈ ਬਹੁਤਿਆਂ ਦੇ ਮੂੰਹੋਂ ਨਿਕਲਿਆ।
ਨਾਨੂ ਆਖਣ ਲੱਗਾ, ਅਸਾਂ ਤੇ ਅਜਿਹੇ ਮੌਕਿਆਂ ਲਈ ਇੱਕ ਜੋੜਾ ਸਵਾ ਰੱਖਿਆ। ਝੰਡੂ ਦਾ ਮੁੰਡਾ ਝੱਕ ਗਿਆ ਹੋਵੇਗਾ ਬਈ ਐਡੇ ਵੱਡੇ ਲੋਕਾਂ ਵਿੱਚ ਕੀਕਣ ਜਾਵੇ। ਇਹ ਗੱਲ ਸੁਣ ਕੇ ਨਾਨੂ ਨੇ ਕਿਹਾ, ਗੱਲ ਠੀਕ ਏ, ਡਰਿਆ ਕਿ ਮਰਿਆ। ਅਸੀਂ ਕਦੇ ਨਹੀਂ ਡਰੇ। ਜੇ ਡਰਦੇ ਤਾਂ ਇਹ ਕੁਝ ਕੱਲ੍ਹ ਵੇਖ ਸਕਦੇ ਸਾਂ। ਇਸ ਵਾਰ ਪਾਬੰਦੀ ਵੀ ਬੜੀ ਸੀ। ਡਰੋ ਨਾ ਤੇ ਕੀ ਕਰੋ। ਬੜਾ ਫਰਕ ਏ। ਸਾਡੇ ਕੱਪੜਿਆਂ ਤੋਂ ਹੀ ਪਤਾ ਲੱਗ ਜਾਂਦਾ ਹੈ, ਗਰੀਬ ਦਾ, ਅਮੀਰ ਦਾ, ਪੇਂਡੂ ਦਾ, ਸ਼ਹਿਰੀ ਦਾ। ਵਲੈਤ ਵਿੱਚ ਆਖਦੇ ਨੇ ਕੁਝ ਪਤਾ ਨਹੀਂ ਲੱਗਦਾ। ਦਿਸਣ ਵਿੱਚ ਸਾਰੇ ਇੱਕੋ ਜਿਹੇ ਲੱਗਦੇ ਨੇ। ਇਹ ਗੱਲ ਠੀਕ ਹੈ। ਇੱਥੇ ਜਿਹੜੀਆਂ ਮੇਮਾਂ ਤੇ ਸਾਹਬ ਲੋਕ ਬਾਜ਼ਾਰ ਵਿੱਚ ਤੁਸੀਂ ਤੁਰਦੇ ਫਿਰਦੇ ਵੇਖਦੇ ਹੋ, ਉਹਨਾਂ ਵਿੱਚ ਮਲਕਾ ਔਰ ਉਸ ਦੇ ਮਾਲਕ ਦੇ ਲਿਬਾਸ ਵਿੱਚ ਕੋਈ ਫਰਕ ਨਹੀਂ ਦਿਸਦਾ। ਹਾਂ ਹਾਂ, ਬਿਲਕੁਲ ਠੀਕ ਹੈ। ਇਹੋ ਮਲਕਾ ਕਿਤੇ ਬਾਜ਼ਾਰ ਵਿੱਚ ਜਾ ਰਹੀ ਹੋਵੇ ਤਾਂ ਇਹੋ ਜਾਪੇਗਾ ਕੋਈ ਮੇਮ ਜਾ ਰਹੀ ਹੈ, ਤੇ ਕਿਸੇ ਵੀ ਮੇਮ ਨੂੰ ਮਲਕਾ ਸਮਝਣ ਦਾ ਭੁਲੇਖਾ ਲੱਗ ਸਕਦਾ ਹੈ। ਸਾਡੇ ਵੀ ਇਹੋ ਹੀ ਹਾਲਾਤ ਹੋ ਜਾਣਗੇ। ਜਰਾ ਸਾਡੇ ਦੇਸ਼ ਲਈ ਅਣਥੱਕ ਮਿਹਨਤ ਦੀ ਲੋੜ ਹੈ। ਅੱਛਾ, ਆਸਾਂ ਭਰਪੂਰ ਲਹਿਜੇ ਵਿੱਚ ਝੰਡੂ ਨੇ ਕਿਹਾ, ਮਿਹਨਤ ਤੇ ਅਸਾਂ ਵੀ ਘੱਟ ਨਹੀਂ ਕੀਤੀ। ਇਹ ਸਾਰਾ ਸਾਜ਼ ਸਮਾਨ ਅਸਾਂ ਸਾਰਿਆਂ ਘੱਟ ਮਿਹਨਤ ਕੀਤੀ ਹੈ। ਉਹ ਝੰਡੂ ਚਾਚਾ, ਇਹ ਬੜੀ ਨਿੱਕੀ ਜੀ ਗੱਲ ਏ। ਸਾਰੇ ਦੇਸ਼ ਦੀ ਸਾਂਝੀ ਉੱਨਤੀ ਲਈ ਸਾਰੇ ਰਲ ਕੇ ਮਿਹਨਤ ਕਰਨ ਤਾਂ ਕਾਇਆ ਪਲਟ ਜਾਂਦੀ ਹੈ ਮੁਲਕਾਂ ਦੀ। ਪਰ ਨਾਨੂ, ਬਣਨ ਬਣਾਉਣ ਪਿੱਛੋਂ ਸਾਡੇ ਗਰੀਬਾਂ ਨਾਲ ਉਦੋਂ ਵੀ ਉਹ ਸਲੂਕ ਹੋਵੇਗਾ ਕਿ? ਸਾਡੇ ਸੋਚਣ ਵਿੱਚ ਹੀ ਫਰਕ ਏ। ਤੂੰ ਹੀ ਦੱਸ ਚਾਚਾ ਝੰਡੂ, ਅਸੀਂ ਕਿਸੇ ਦਾ ਮਕਾਨ ਬਣਾਉਣ ਲਈ ਮਜ਼ਦੂਰ ਜਾਂ ਰਾਜ ਲੱਗੇ ਹੋਏ ਹੋਈਏ, ਜਦੋਂ ਮਕਾਨ ਬਣ ਜੇ ਤਾਂ ਆਖੀਆਂ ਇਸ ਵਿੱਚ ਰਹਿਣ ਦਾ ਸਾਡਾ ਵੀ ਹੱਕ ਹੈ, ਤਾਂ ਕੋਈ ਮੰਨੇਗਾ? ਵਾਹ ਬਈ ਵਾਹ, ਇਹ ਨਾਨੂ ਕਿੱਡਾ ਚਾਪਲੂਸ ਹੋ ਗਿਆ ਜੇ। ਕਿੱਥੇ ਕਿਸੇ ਦੇ ਮਕਾਨ ਦੀ ਗੱਲ ਤੇ ਕਿੱਥੇ ਸਾਂਝੇ ਦੇਸ਼ ਦੀ ਉੱਨਤੀ ਲਈ ਮਿਹਨਤ ਦੀ ਗੱਲ। ਬਸ ਬਸ, ਮੇਰਾ ਮਤਲਬ ਤੁਸੀਂ ਆਪ ਹੀ ਪੂਰਾ ਕਰ ਦਿੱਤਾ। ਸਾਂਝੇ ਦੇਸ਼ ਲਈ ਅਸਾਂ ਜੋ ਵੀ ਮਿਹਨਤ ਕੀਤੀ, ਸਮਝੋ ਦੇਸ਼ ਦੀ ਸੇਵਾ ਕੀਤੀ। ਚਾਚੇ ਝੰਡੂ ਨੂੰ ਦਿਲ ਨਾਲ ਨਹੀਂ ਲਾ ਲੈਣਾ ਚਾਹੀਦਾ ਕਿ ਸਾਨੂੰ ਨੇੜੇ ਨਹੀਂ ਆਉਣ ਦਿੱਤਾ। ਉਸ ਤੇ ਐਵੇਂ ਗੱਲਾਂ ਵਿੱਚ ਗੱਲ ਆਖੀਏ, ਦਿਲ ਨਾਲ ਲਾ ਕੇ ਕਿਹੜਾ ਉਸ ਗਿਲਾ ਢਾ ਲੈਣਾ ਹੈ। ਗੱਲਾਂ ਹੋ ਹੀ ਰਹੀਆਂ ਸਨ ਕਿ ਸਾਰੇ ਆਪੋ ਆਪਣੇ ਕੰਮਾਂ ਵਿੱਚ ਲੱਗ ਗਏ। ਖਬਰੇ ਮਲਕਾ ਨੇ ਅੱਜ ਫਿਰ ਉਸ ਰਸਤਿਓਂ ਲੰਘਣਾ ਹੈ, ਕਿਸੇ ਦੇ ਮੂੰਹੋਂ ਨਿਕਲਿਆ। ਜ਼ਰਾ ਗੱਲਾਂ ਦਾ ਮਜ਼ਾ ਤਾਂ ਲੈਣ ਦਿਓ। ਝੰਡੂ ਦੇ ਮੋੜੇ ਆਖਣ ਪਰ ਫਿਰ ਮਜਮਾ ਇਕੱਠਾ ਹੋ ਗਿਆ। ਮੋਟਰਸਾਈਕਲ 'ਤੇ ਆਉਂਦੇ ਇੱਕ ਬੰਦੇ ਨੂੰ ਦੇਖ ਕੇ ਸਾਰੇ ਕੰਮ ਲੱਗ ਗਏ ਸਨ। ਉਹ 2 ਮਿੰਟ ਹੀ ਕੰਮ ਲਈ ਆਖ ਕੇ ਤੁਰ ਗਿਆ। ਇਸ ਮਜਮੇ ਵਿੱਚ ਸਫਾਈ ਵਾਲੇ ਜਮਾਦਾਰ ਸਨ ਜਾਂ ਚੀਜ਼ਾਂ ਢੋਣ ਵਾਲੇ ਮਜ਼ਦੂਰ, ਠੋਕਾ ਠਾਕੀ ਕਰਨ ਵਾਲੇ ਕੁਝ ਛੋਟੇ ਕਾਰੀਗਰ ਤੇ ਕੁਝ ਗੱਡਿਆਂ ਵਾਲੇ। ਕੁਝ ਤਾਂ ਐਵੇਂ ਜਬਲੀਆਂ ਹੀ ਮਾਰਦੇ ਸਨ, ਪਰ ਕਈ ਇੰਨੀਆਂ ਸਵਾਦਲੀਆਂ ਅਤੇ ਪਤੇ ਦੀਆਂ ਗੱਲਾਂ ਕਰਦੇ ਸਨ ਕਿ ਕੋਲੋਂ ਲੰਘਦਿਆਂ ਇੰਡੀਆ ਗੇਟ ਸੈਰ ਕਰਨ ਆਏ ਲੋਕ ਸੁਣ ਕੇ ਖਲੋ ਗਏ ਸਨ। ਫਿਰ ਗੱਲਾਂ ਸ਼ੁਰੂ ਹੋ ਗਈਆਂ। ਇਸ ਵਾਰ ਪਿੰਡਾਂ ਦੇ ਲੋਕ ਲੱਖਾਂ ਦੀ ਗਿਣਤੀ ਵਿੱਚ ਆਏ। ਲੈ, ਮਲਕਾ ਨੇ ਕੋਈ ਰੋਜ਼-ਰੋਜ਼ ਆਉਣਾ ਸੀ? ਮਲਕਾ ਵਾਸਤੇ ਆਏ ਨੇ? ਇੱਕ ਦੋ ਦੇ ਪੁੱਛਣ ਤੇ ਦੂਜੇ ਨੇ ਕਿਹਾ, ਨਾਲੇ ਪੁੰਨ ਨਾਲੇ ਫਲੀਆਂ, ਦੋਵੇਂ ਕੰਮ ਹੋ ਗਏ। ਇੱਕ ਮਜ਼ਦੂਰ ਦੇ ਹੱਥ ਵਿੱਚ ਬੜੀ ਸੋਹਣੀ ਰਜਾਈ ਫੜੀ ਹੋਈ ਸੀ। ਸਾਰਿਆਂ ਨੂੰ ਰਜਾਈ ਵਿਖਾ ਕੇ ਉਹ ਆਖਣ ਲੱਗਾ, ਲਓ, ਸਾਨੂੰ ਤੇ ਫਲ ਮਿਲ ਗਿਆ ਇਸ ਦਿਨ ਦੀ ਮਿਹਨਤ ਤੇ ਖੁਸ਼ੀ ਦਾ। ਇਹ ਰਜਾਈ ਰਾਹ ਵਿੱਚ ਪਈ ਸੀ, ਮੈਂ ਖਿਆਲ ਕੀਤਾ ਸਾਰੇ ਟੱਬਰ ਦਾ ਸਿਆਲ ਲੰਘ ਜਾਵੇਗਾ। ਪਰ ਘਰ ਵਾਲੀ ਨਹੀਂ ਮੰਨੀ। ਉਹ ਆਖਦੀ, ਇਸ ਪਵਿੱਤਰ ਦਿਹਾੜੇ ਤੇ ਚੋਰੀ ਦਾ ਮਾਲ ਨਹੀਂ ਲਿਆਉਣਾ, ਵਾਪਸ ਲੈ ਆਇਆ ਹਾਂ। ਪਰ ਹੁਣ ਦੇਵਾਂ ਕਿਸ ਨੂੰ? ਇਹ ਸੁਣ ਕੇ ਝੰਡੂ ਨੇ ਝੱਟ ਕਿਹਾ, ਮੂਰਖਾ, ਮੈਨੂੰ ਬੁੱਢੇ ਨੂੰ ਦੇ ਦੇ। ਉਮਰ ਦੇ ਆਖਰੀ 4 ਦਿਨ ਟੰਗਾਂ ਪਸਾਰ ਕੇ ਸੌਂ ਤਾਂ ਲਵਾਂਗੇ। ਪਰ ਪਰੇਡ ਵਿੱਚ ਇਹ ਰਜਾਈ ਆ ਕਿੱਥੋਂ ਗਈ? ਇਸ ਸਵਾਲ ਦੇ ਜਵਾਬ ਵਿੱਚ ਨਾਨੂ ਨੇ ਝੱਟ ਦੱਸਿਆ, ਖੂਹ ਦਿਓ ਡੱਡੂਓ, ਤੁਸੀਂ ਕੁਝ ਦੇਖਿਆ ਹੀ ਨਹੀਂ। ਰਾਸ਼ਟਰਪਤੀ ਭਵਨ ਤੋਂ ਲੈ ਕੇ ਇੱਥੇ ਬਾਹਰ ਤੱਕ ਭੀੜ ਖੜੀ ਸੀ। ਉਹ ਲੋਕੀ 25 ਤਰੀਕ ਦੀ ਰਾਤ ਨੂੰ ਹੀ ਇੱਥੇ ਆ ਗਏ ਸਨ। ਰਜਾਈਆਂ ਉਹ ਨਾਲ ਲਿਆਏ ਸਨ, ਉਹਨਾਂ 'ਚੋਂ ਹੀ ਕਿਸੇ ਦੀ ਰਹਿ ਗਈ ਹੋਵੇਗੀ। ਅੱਛਾ, ਲੋਕ ਰਾਤੀ ਆ ਗਏ ਸਨ? ਲੈ, ਸਵੇਰੇ ਤਾਂ ਸਿਰਫ ਪਾਸਾਂ ਵਾਲੇ ਹੀ ਆਏ ਸਨ ਜਾਂ ਹਮਾਤੜ, ਜਿਨ੍ਹਾਂ ਦੇ ਜੁੱਸੇ ਵਿੱਚ ਰਾਤੇ। ਨਾਨੂ ਨੇ ਬੜੇ ਅਭਿਮਾਨ ਭਰੇ ਲਹਿਜੇ ਵਿੱਚ ਕਿਹਾ। ਇੱਕ ਬੜੀ ਸੋਹਣੀ ਨਾਜ਼ੁਕ ਜਿਹੀ ਜਨਾਨਾ ਜੁੱਤੀ ਇੱਕ ਮੁੰਡਾ ਬਦੋ ਬਦੀ ਅੜਾਈ ਫਿਰਦਾ ਸੀ। ਜੁੱਤੀ ਸੋਹਣੀ ਸੀ, ਪੈਰਾਂ ਵਿੱਚ ਅੜਦੀ ਨਹੀਂ ਸੀ। ਸਾਰੇ ਉਸ ਵੱਲ ਵੇਖ ਰਹੇ ਸਨ। ਇੱਕ ਨੇ ਕਿਹਾ, ਇਹ ਤਾਂ ਕਿਸੇ ਪਾਸ ਵਾਲੀ ਦੀ ਜਾਪਦੀ ਹੈ। ਉਸ ਨੂੰ ਕੀ ਭਾਜੜ ਪੈ ਗਈ ਸੀ ਕਿ ਜੁੱਤੀ ਸੁੱਟ ਗਈ? ਲੋ, ਉੱਥੇ ਤਾਂ ਮਾਵਾਂ ਪੁੱਤਾਂ ਨੂੰ ਨਹੀਂ ਸੰਭਾਲ ਸਕੀਆਂ।
ਜਾਣ ਵੇਲੇ ਤਾਂ ਪਾਸ ਵੇਖਦੇ ਹਨ, ਆਉਣ ਵੇਲੇ ਭੀੜ ਭੜੱਕਾ ਹੋ ਗਿਆ। ਕਈਆਂ ਨੇ ਜਿਹੜੇ ਬਾਹਰ ਦੂਰ ਖੜੇ ਸਨ ਰਸਤੇ ਖੋਲ੍ਹੇ ਵੇਖ ਕੇ ਅੰਦਰ ਧਾਵਾ ਬੋਲ ਦਿੱਤਾ। ਚਲੋ ਉਹ ਥਾਂ ਵੇਖ ਲਈਏ ਜਿੱਥੇ ਪਾਸਾਂ ਵਾਲੇ ਬੈਠੇ ਸਨ। ਬਸ ਤੁਰਨ ਲੱਗਿਆਂ ਭੀੜ ਵਿੱਚ ਕਿਸੇ ਦੀ ਜੁੱਤੀ ਰਹਿ ਗਈ। ਨਾਨੂ ਦੀ ਗੱਲ ਸੁਣ ਕੇ ਝੰਡੂ ਆਖਣ ਲੱਗਿਆ, ਵੱਡਿਆਂ ਲੋਕਾਂ ਨੂੰ ਜੁੱਤੀਆਂ ਦਾ ਕੀ ਘਾਟਾ ਏ। ਝੰਡੂ ਦੀ ਇਸ ਗੱਲ ਤੋਂ ਪਏ ਚੰਗੇ ਹਾਸੇ ਵਿਚਕਾਰ ਹੀ ਸਭ ਨੇ ਵੇਖਿਆ ਕਿ ਇੱਕ ਬੀਬੀ ਤੇ ਇੱਕ ਬਾਬੂ ਇਹ ਗੱਲਾਂ ਸੁਣਨ ਲਈ ਖਲੋ ਗਏ ਸਨ। ਲਿਬਾਸ, ਸ਼ਕਲ, ਸੂਰਤ, ਗੱਲ ਕਰਨ ਦਾ ਢੰਗ ਇਸ ਜੋੜੀ ਦਾ ਐਸਾ ਸੀ ਕਿ ਸਭ ਦੀ ਤਵੱਜੋ ਇਹਨਾਂ ਵੱਲ ਹੋ ਗਈ। ਬੀਬੀ ਬਾਬੂ ਨੂੰ ਆਖ ਰਹੀ ਸੀ, ਅਸੀਂ ਚੰਗੇ ਰਹੇ, ਜਿੱਥੇ ਆ ਜਾਂਦੇ ਤਾਂ ਨਾਲੇ ਧੱਕੇ ਖਾਂਦੇ, ਨਾਲੇ ਕੁਝ ਗਵਾ ਕੇ ਜਾਂਦੇ ਤੇ ਨਾਲੇ ਮਖੌਲ ਕਰਵਾਉਂਦੇ। ਤੁਸੀਂ ਵੀ ਪਰੇਡ ਨਹੀਂ ਵੇਖੀ? ਨਾਨੂ ਨੇ ਬੜੀ ਹੈਰਾਨੀ ਨਾਲ ਪੁੱਛਿਆ। ਨਹੀਂ, ਅਸਾਂ ਪੂਰੀ ਪਰੇਡ ਵੇਖੀ ਹੈ। ਇੱਕ ਇੱਕ ਆਈਟਮ ਨੂੰ ਵੇਖਿਆ, ਬੜੇ ਆਰਾਮ ਨਾਲ ਘਰ ਬਹਿ ਕੇ ਵੇਖਿਆ। ਇਹ ਸਾਡੀ ਘਰ ਵਾਲੀ ਨਹੀਂ ਸੀ ਮੰਨਦੀ, ਇਹ ਆਖਦੀ ਸੀ ਜ਼ਰੂਰ ਇੰਡੀਆ ਗੇਟ ਜਾਵਾਂਗੇ, ਪਰ ਹੁਣ ਤੁਹਾਡੀਆਂ ਗੱਲਾਂ ਸੁਣ ਕੇ ਇਹ ਵੀ ਆਖਦੀ ਹੈ ਚੰਗੇ ਰਹੇ। ਬਾਬੂ ਦੀ ਗੱਲ ਸੁਣ ਕੇ ਇੱਕ ਨੇ ਪੁੱਛਿਆ, ਫਿਰ ਤੁਸੀਂ ਘਰ ਬੈਠ ਕੇ ਸਭ ਕੁਝ ਕਿਸ ਤਰ੍ਹਾਂ ਵੇਖ ਲਿਆ? ਇਸ ਤੋਂ ਪਹਿਲਾਂ ਕਿ ਬਾਬੂ ਜਾਂ ਬੀਬੀ ਵਿੱਚੋਂ ਕੋਈ ਉੱਤਰ ਦਿੰਦਾ, ਨਾਨੂ ਵਿੱਚੋਂ ਹੀ ਬੋਲ ਪਿਆ, ਇਹਨਾਂ ਘਰ ਵਿੱਚ ਬੈਠਿਆਂ ਮੂਰਤਾਂ ਹੀ ਵੇਖ ਲਈਆਂ ਹੋਣਗੀਆਂ। ਬਾਬੂ ਨੇ ਕਿਹਾ, ਨਹੀਂ, ਅਸਾਂ ਟੈਲੀਵਿਜ਼ਨ 'ਤੇ ਸਭ ਕੁਝ ਵੇਖਿਆ। ਲੈ ਤੇ ਫਿਰ ਟੈਲੀਵਿਜ਼ਨ ਹੋਰ ਕੀ ਹੈ, ਮੂਰਤਾਂ ਹੀ ਤੇ ਹਨ। ਇੱਥੇ ਆ ਕੇ ਵੇਖਣ ਤੇ ਟੈਲੀਵਿਜ਼ਨ ਵਿੱਚ ਇੰਨਾ ਹੀ ਫਰਕ ਹੈ ਜਿੰਨਾ ਅਸਲੀ ਆਦਮੀ ਤੇ ਉਸਦੀ ਮੂਰਤ ਵੇਖਣ ਵਿੱਚ। ਇਹ ਗੱਲ ਸੁਣ ਕੇ ਸਾਰੇ ਨਾਨੂ ਵੱਲ ਵੇਖਣ ਲੱਗ ਪਏ। ਇਹ ਸਾਰੀਆਂ ਗੱਲਾਂ ਜਾਣਦਾ ਜੇ, ਫਰਕ ਕੀ ਪਿਆ? ਸਾਹਮਣੇ ਤੇ ਟੈਲੀਵਿਜ਼ਨ ਵਿੱਚ ਸਭ ਕੁਝ ਦਿਖਦਾ ਸੀ। ਬਾਬੂ ਦੀ ਗੱਲ ਸੁਣ ਕੇ ਨਾਨੂ ਨੇ ਬੀਬੀ ਨੂੰ ਸੰਬੋਧਨ ਕਰਦਿਆਂ ਕਿਹਾ, ਬਾਬੂ ਜੀ ਗਏ ਹੁਣ ਪਰਦੇਸ ਤਾਂ ਤੁਸੀਂ ਘਰ ਉਹਨਾਂ ਨੂੰ ਉਡੀਕ ਰਹੇ ਹੋਵੋ। ਇਹ ਆਪ ਆਉਣ ਦੀ ਬਜਾਏ ਆਪਣੀ ਮੂਰਤ ਭੇਜ ਦੇਣ, ਇਸ ਵਿੱਚ ਕੋਈ ਫਰਕ ਨਹੀਂ। ਹਾਸਾ ਮੱਚ ਗਿਆ। ਬਾਬੂ ਦੀ ਵਹੁਟੀ ਹਾਸੇ ਵਿੱਚ ਸ਼ਾਮਲ ਹੋਈ, ਪਰ ਬਾਬੂ ਨੂੰ ਕੁਝ ਫਿਕਰ ਜਿਹਾ ਲੱਗ ਗਿਆ। ਝੰਡੂ ਨੇ ਕਿਹਾ, ਚਲੋ ਸਾਡੇ ਨਾਲੋਂ ਤੇ ਇਹ ਵੀ ਚੰਗੇ ਰਹੇ, ਅਸਾਂ ਤੇ ਮੂਰਤਾਂ ਵੀ ਨਹੀਂ ਵੇਖੀਆਂ। ਲੈ, ਇਹ ਵੀ ਆਪਣਾ ਮੁਕਾਬਲਾ ਬਾਬੂ ਨਾਲ ਕਰਨ ਲੱਗ ਪਿਆ ਜੀ। ਜਾਤ ਦੀ ਕੋੜ ਕਿਰਲੀ ਤੇ ਸ਼ਤੀਰਾਂ ਨੂੰ ਜੱਫੀ। ਚਲੋ ਕਿਸੇ ਵੇਖ ਲਿਆ, ਕਿਸੇ ਸੁਣ ਲਿਆ, ਵੱਡੀ ਗੱਲ ਤਾਂ ਇਹ ਹੈ ਕਿ ਮਲਕਾ ਰਾਣੀ ਦਾ ਸਵਾਗਤ ਇੱਥੇ ਬੜਾ ਹੋਇਆ। ਹਾਂ ਹਾਂ, ਰੂਸ ਦੇ ਮੁੱਖ ਮੰਤਰੀ ਨਾਲੋਂ ਵੱਧ, ਅਮਰੀਕਾ ਦੇ ਪ੍ਰਧਾਨ ਮੰਤਰੀ ਨਾਲੋਂ ਵੱਧ। ਇਉਂ ਜਾਪਦਾ ਸੀ ਜਿਵੇਂ ਅੰਗਰੇਜ਼ਾਂ ਨੂੰ ਇੱਥੋਂ ਤੋਰ ਕੇ ਹਿੰਦੁਸਤਾਨੀ ਪਛਤਾ ਰਹੇ ਹੋਣ। ਇਹ ਨਾਨੂ ਬੜਾ ਬੋਲੀਬਾਜ਼ ਏ। ਨਹੀਂ ਉਹ ਨਹੀਂ, ਮਹਾਰਾਣੀ ਕਰਕੇ ਸਵਾਗਤ ਹੋਇਆ, ਕੋਈ ਮਹਾਰਾਜਾ ਹੁੰਦਾ ਤੇ ਇੰਨਾ ਨਹੀਂ ਸੀ ਹੋਣਾ। ਵੇਖੋ, ਇਹ ਕਿਹੜਾ ਨਾਨੂ ਨਾਲੋਂ ਘੱਟ ਜੇ। ਪ੍ਰਧਾਨ ਮੰਤਰੀ, ਪ੍ਰਧਾਨਾਂ ਦੇ ਬਾਦਸ਼ਾਹਾਂ ਦਾ ਸਵਾਗਤ ਵਿੱਚ ਮੁਕਾਬਲਾ ਨਹੀਂ ਕਰੀਦਾ। ਬਾਦਸ਼ਾਹ ਦੀ ਨੁਮਾਇਸ਼ ਵਧੀਕ ਤੇ ਅਖਤਿਆਰ ਘੱਟ ਹੁੰਦੇ ਨੇ। ਇੱਥੇ ਇੱਕ ਤੋਂ ਵੱਧ ਕੇ ਇੱਕ ਟਿੱਪਣੀ ਬਾਜ਼ ਏ। ਇੱਥੋਂ ਦੇ ਰਾਜਿਆਂ ਮਹਾਰਾਜਿਆਂ ਵੱਲੋਂ ਤਾਂ ਮਲਕਾ ਦਾ ਸਵਾਗਤ ਇਸ ਵਾਸਤੇ ਵਧੀਕ ਹੋਇਆ ਕਿ ਇੱਕੋ ਬਰਾਦਰੀ ਜੋ ਹੋਈ। ਨਹੀਂ, ਇਹ ਬੜਾ ਚਿਰ ਸਾਡੇ ਹਾਕਮ ਰਹੇ ਨੇ, ਉਹ ਪੁਰਾਣਾ ਗੁਲਾਮੀ ਵਾਲਾ ਪ੍ਰਭਾਵ ਵੀ ਅਜੇ ਸਾਡੇ ਵਿੱਚ ਮੌਜੂਦ ਏ। ਮੇਰਾ ਤਾਂ ਖਿਆਲ ਹੈ ਅੰਗਰੇਜ਼ ਅਖੀਰ ਭਲੇ ਮਾਨਸੀ ਨਾਲ ਇੱਥੋਂ ਚਲੇ ਗਏ ਸਨ। ਇਹ ਅਹਿਸਾਸ ਵੀ ਸਾਡੇ ਲੀਡਰਾਂ ਨੂੰ ਯਾਦ ਏ। ਇਹ ਕਿਹੜੀ ਗੱਲ ਏ, ਪ੍ਰਾਹੁਣਾਚਾਰੀ ਲਈ ਤਾਂ ਸਾਡਾ ਦੇਸ਼ ਮਸ਼ਹੂਰ ਹੀ ਏ। ਅਜਿਹੇ ਮੌਕਿਆਂ 'ਤੇ ਖਰਚ ਵਰਚ ਦੀ ਪਰਵਾਹ ਅਸੀਂ ਨਹੀਂ ਕਰਦੇ ਹੁੰਦੇ। ਸਾਡੇ ਲਈ ਪ੍ਰਾਹੁਣਾ ਆ ਜਾਏ ਤਾਂ ਆਪ ਨੂੰ ਭਾਵੇਂ ਪਿੱਛੋਂ 4 ਦਿਨ ਭੁੱਖੇ ਹੀ ਕੱਟਣਾ ਪਏ। ਪ੍ਰਾਹੁਣੇ ਦੀ ਖਾਤਰ ਅਸੀਂ ਵਿੱਤੋਂ ਵੱਧ ਕਰਦੇ ਹਾਂ। ਆਪਣੀਆਂ ਰਵਾਇਤਾਂ ਕੋਈ ਛੱਡਦਾ? ਅਸਲੀ ਗੱਲ ਕਿਸੇ ਦੱਸੀ ਨਹੀਂ। ਇਹ ਮਲਕਾ ਐਲਿਜ਼ਾਬੈਥ ਇੰਗਲੈਂਡ ਦੀ ਬਾਦਸ਼ਾਹ ਜੀ ਹੋਈ। ਅਸੀਂ ਇਸ ਦਾ ਆਦਰ ਮਾਨ ਸਵਾਗਤ ਕਰਾਂਗੇ ਤਾਂ ਸਮਝੋ ਕਰੋੜਾਂ ਬੰਦਿਆਂ ਦਾ ਆਦਰ ਕਰਾਂਗੇ। ਉਹਨਾਂ ਨਾਲ ਸਾਡੇ ਸੰਬੰਧ ਵਧੀਕ ਚੰਗੇ ਹੋਣਗੇ। ਅਖੀਰ ਇਸ ਦਾ ਫਾਇਦਾ ਸਾਡੇ ਮੁਲਕ ਨੂੰ ਹੀ ਪੁੱਜੇਗਾ। ਹਾਂ ਠੀਕ ਬਾਈ ਠੀਕ, ਆਦਰ ਵਾਲੇ ਨੂੰ ਆਦਰ ਮਿਲਣਾ ਹੀ ਚਾਹੀਦਾ। ਇਹ ਗੱਲ ਸਹੀ ਹੈ, ਇਹ ਸਿਆਣੀ ਗੱਲ ਹੈ। ਵੱਡਿਆਂ ਦਾ ਆਦਰ ਕਰਨ ਵਾਲਾ ਵੀ ਵੱਡਾ ਹੀ ਸਮਝਿਆ ਜਾਂਦਾ ਹੈ ਵੀ ਇਹ ਗੱਲ ਠੀਕ ਕਿ ਵੱਡਿਆਂ ਦਾ ਆਦਰ ਕਰਕੇ ਹੀ ਵੱਡੇ ਹੋ ਸਕਦੇ ਨੇ। ਝੰਡੂ ਪਹਿਲਾਂ ਤੇ ਸਭ ਕੁਝ ਸੁਣਦਾ ਰਿਹਾ, ਫਿਰ ਉਸ ਜ਼ੋਰ ਨਾਲ ਤਾੜੀ ਮਾਰੀ। ਫਿਰ ਤੇ ਹਮਾਤੜ ਵੀ ਵੱਡਿਆਂ ਵਿੱਚ ਹੋ ਗਏ। ਮਲਕਾ ਦੇ ਆਦਰ ਲਈ ਕੁਝ ਨਾ ਕੁਝ ਤੇ ਅਸਾਂ ਵੀ ਕੀਤਾ ਹੀ ਹੈ ਨਾ। ਹੁਣ ਚਾਚੇ ਝੰਡੂ ਨੂੰ ਸਮਝ ਆਈ ਜੇ। ਨਾਨੂ ਤੋਂ ਇਹ ਸੁਣ ਕੇ ਝੰਡੂ ਆਖਣ ਲੱਗਾ, ਬਈ ਨਾਨੂ ਤੈਨੂੰ ਤੇ ਬੜੀ ਵਾਕਫੀ ਜਾਪਦੀ ਹੈ। ਇੱਕ ਗੱਲ ਮੈਨੂੰ ਹੋਰ ਸਮਝਾ ਦੇਈ। ਹਾਂ ਦੱਸ ਚਾਚਾ। ਝੰਡੂ ਪੈਰ ਵਿੱਚ ਪਾਈ ਹੋਈ ਟੁੱਟੀ ਜੁੱਤੀ ਨੂੰ ਹੱਥਾਂ ਨਾਲ ਪੂੰਝ ਰਿਹਾ ਸੀ। ਫਿਰ ਪਾਟੇ ਹੋਏ ਪਜਾਮੇ ਦੇ ਲੰਗਾਰਾਂ ਨੂੰ ਗੰਢਾ ਮਾਰਨ ਲੱਗਾ।
ਅਖੀਰ ਉਸ ਆਪਣੀ ਮੈਲੀ ਖਲ ਟੋਪੀ ਨੂੰ ਉਲਟਿਆਂ ਕਰਕੇ ਸਿਰ 'ਤੇ ਰੱਖਦਿਆਂ ਪੁੱਛਿਆ, ਨਾਨੂ ਸੁਣਿਆ ਮਲਕਾ ਦਿਨ ਵਿੱਚ 5-6 ਵਾਰੀ ਪੋਸ਼ਾਕ ਬਦਲਦੀ ਹੈ। ਚਾਚਾ ਵਲੈਤ ਵੇ ਸਾਰੇ ਹੀ ਇਸੇ ਤਰ੍ਹਾਂ ਛੰਡੇ ਫੂਕੇ ਰਹਿੰਦੇ ਨੇ।